ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਏਕ ਬਾਰ ਕੇ ਸਹਿਜ ਸੁਭਾਏ, ਡੱਲੇ ਗ੍ਰਾਮ ਬਿਖੈ ਸੁਖਦਾਏ। ਪ੍ਰਿਥੀ ਮਲ ਅਰ ਤੁਲਸਾ ਦੋਏ, ਉਤੇ ਜਾਤ ਕੇ ਭੱਲੇ ਸੋਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਬਾਰ ਕੇ ਸਹਿਜ ਸੁਭਾਏ, ਡੱਲੇ ਗ੍ਰਾਮ ਬਿਖੈ ਸੁਖਦਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਅਧਿਆਇ ਨੰਬਰ 40 ਪ੍ਰਾਰੰਭ ਹੋਇਆ ਸੀ, ਜਿਸ ਵਿੱਚ ਆਪ ਜੀ ਨੇ ਭਾਈ ਜੋਤ ਜੀ ਦਾ ਉਹ ਪ੍ਰਸੰਗ ਸੁਣਿਆ ਕਿ ਗੁਰੂ ਘਰ ਦਾ ਰਸੋਈਆ ਹੈ, ਲੰਗਰ ਬਣਾਉਂਦਾ ਹੈ ਭਾਵਨਾ ਦੇ ਨਾਲ, ਔਰ ਲੰਗਰ ਦੀ ਸੇਵਾ ਕਰਦਾ ਕਰਦਾ ਗੁਰੂ ਸਾਹਿਬ ਜੀ ਇੰਨੇ ਪ੍ਰਸੰਨ ਹੋਏ ਕਿ ਭਾਈ ਜੋਤ ਨੂੰ ਬ੍ਰਹਮ ਦਾ ਗਿਆਨ ਦਿੱਤਾ, ਨਾਮ ਦਾ ਉਪਦੇਸ਼ ਦੇ ਕੇ ਜਨਮ ਮਰਨ ਕੱਟ ਦਿੱਤਾ। ਅਗਲੀ ਸਾਖੀ ਲਿਖਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸਹਿਜ ਸੁਭਾਏ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਇੱਕ ਦਿਨ ਡੱਲੇ ਪਿੰਡ ਦੇ ਵਿੱਚ ਗਏ ਨੇ, ਔਰ ਇਹ ਡੱਲਾ ਪਿੰਡ ਆਪ ਜੀ ਪਿੱਛੇ ਸਰਵਣ ਵੀ ਕਰਕੇ ਆਏ ਜਿੱਥੋਂ ਦਾ ਭਾਈ ਪਾਰੂ ਜੁਲਕਾ ਹੈ। ਉਸ ਡੱਲੇ ਪਿੰਡ ਦੇ ਵਿੱਚ ਗੁਰੂ ਸਾਹਿਬ ਜੀ ਗਏ। ਪ੍ਰਿਥੀ ਮਲ ਅਰ ਤੁਲਸਾ ਦੋਏ, ਉਤੇ ਜਾਤ ਕੇ ਭੱਲੇ ਸੋਏ। ਇਸ ਡੱਲੇ ਪਿੰਡ ਦੇ ਵਿੱਚ ਦੋ ਸਿੱਖ ਰਹਿੰਦੇ ਨੇ, ਜਿਨ੍ਹਾਂ ਦਾ ਨਾਂ ਇੱਕ ਪ੍ਰਿਥੀ ਮਲ ਹੈ ਅਤੇ ਦੂਸਰਾ ਭਾਈ ਤੁਲਸਾ ਹੈ, ਔਰ ਜਾਤ ਕਰਕੇ ਗੋਤ ਦੇ ਇਹ ਦੋਵੇਂ ਭੱਲੇ ਸਨ। ਸੁਣ ਦਰਸ਼ਨ ਕੋ ਤਬ ਚਲੇ ਆਏ, ਨਮੋ ਕਰੀ ਬੈਠੇ ਟਿਕ ਥਾਏ। ਜਦੋਂ ਪ੍ਰਿਥੀ ਮਲ ਜੀ ਨੇ ਭਾਈ ਤੁਲਸਾ ਜੀ ਨੇ ਸੁਣਿਆ ਕਿ ਧੰਨ ਗੁਰੂ ਅਮਰਦਾਸ ਜੀ ਸਾਡੇ ਪਿੰਡ ਵਿੱਚ ਆਏ ਨੇ, ਸੁਣ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਆਏ, ਹੱਥ ਜੋੜ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਔਰ ਸਤਿਗੁਰੂ ਜੀ ਦੇ ਕੋਲ ਹੀ ਨੇੜੇ ਬੈਠ ਗਏ। ਔਰ ਅਹੰਕਾਰੇ ਗਿਰਾ ਉਚਾਰੇ, ਏਕੋ ਜਾਤ ਹਮਾਰ ਤੁਮਾਰੀ। ਔਰ ਗੁਰੂ ਸਾਹਿਬ ਦੇ ਕੋਲ ਬੈਠਦੇ ਹੋਏ ਨਾ ਸਭ ਤੋਂ ਪਹਿਲੋਂ ਬੋਲ ਹੀ ਇਹਨਾਂ ਨੇ ਇਹ ਕਿਹਾ, ਪ੍ਰਿਥੀ ਮਲ ਤੇ ਤੁਲਸਾ ਦੋਵੇਂ ਕਹਿੰਦੇ ਨੇ ਕਿ ਸਤਿਗੁਰੂ ਜੀ ਤੁਹਾਡੀ ਤੇ ਸਾਡੀ ਤੇ ਜਾਤ ਇੱਕੋ ਹੈ, ਜਿਹੜੀ ਜਾਤ ਤੁਹਾਡੀ ਉਹੀ ਜਾਤ ਸਾਡੀ। ਔਰ ਗੁਰੂ ਸਾਹਿਬ ਜੀ ਜਾਣਦੇ ਸਨ ਇਹ ਜਿਹੜੀ ਜਾਤ ਦਾ ਗੱਲ ਕਰ ਰਹੇ ਨੇ, ਇਹਨਾਂ ਦੇ ਅੰਦਰ ਜਾਤ ਦਾ ਕੋਈ ਹੰਕਾਰ ਹੈ। ਔਰ ਬਹੁਤ ਸਾਰੇ ਅੱਜ ਵੀ ਜਿਹੜੇ ਨੇ ਇਵੇਂ ਦੀ ਜਾਤ ਦਾ ਹੰਕਾਰ ਕਰਦੇ ਨੇ ਕਿ ਸਾਡੀ ਜਾਤ ਵੀ ਉਹ ਜਿਹੜੀ ਗੁਰੂ ਦੀ ਜਾਤ ਹੈ। ਪਰ ਗੁਰੂ ਦੀ ਜਾਤ ਕਿਹੜੀ, ਗੁਰੂ ਸਾਹਿਬ ਜੀ ਨੇ ਅੱਗੇ ਜਾ ਕੇ ਦੱਸਣਾ ਹੈ।
ਸ੍ਰੀ ਗੁਰ ਅਮਰ ਭਰਿਓ ਸੁਣ ਸੋਏ, ਜਾਤ ਪਾਤ ਗੁਰ ਕੇ ਨਹਿ ਕੋਏ। ਜਦੋਂ ਉਹ ਕਹਿੰਦੇ ਨੇ ਸਤਿਗੁਰੂ ਜੀ ਅਸੀਂ ਵੀ ਪੱਲੇ ਤੁਸੀਂ ਵੀ ਪੱਲੇ, ਸਾਡੇ ਤੁਹਾਡੀ ਜਾਤ ਇੱਕ ਹੈ। ਇਹ ਸੁਣ ਕੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਭਾਈ, ਗੁਰੂ ਦੀ ਤੇ ਕੋਈ ਜਾਤ ਨਹੀਂ, ਸਾਡੇ ਤੇ ਕੋਈ ਜਾਤ ਪਾਤ ਨਹੀਂ। ਉਪਜੇ ਜੇ ਸਰੀਰ ਜਗ ਮਾਹੀ, ਤਿਨ ਕੇ ਜਾਤ ਸਾਚ ਸੋ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੇ ਸਰੀਰ ਸੰਸਾਰ ਦੇ ਵਿੱਚ ਜਨਮ ਲੈਂਦੇ ਨੇ, ਸਰੀਰ ਹੀ ਜਨਮ ਲੈਂਦੇ ਨੇ, ਇਹਨਾਂ ਦੀ ਜਾਤ ਲੋਕਾਂ ਨੇ ਬਣਾਈ, ਵਰਨ ਵੰਡ ਲੋਕਾਂ ਨੇ ਵੰਡਿਆ, ਪਰ ਇਹ ਸਰੀਰ ਦੀ ਜਿਹੜੀ ਬਣੀ ਹੋਈ ਜਾਤ ਇਹ ਵੀ ਕਿਹੜਾ ਸੱਚੀ ਹੈ। ਔਰ ਬਾਬਾ ਕਬੀਰ ਜੀ ਨੇ ਇਸ ਬਾਬਤ ਬੜੇ ਬਚਨ ਕਹੇ ਨੇ ਕਿ ਜਦੋਂ ਮਾਤਾ ਦੇ ਉਦਰ ਵਿੱਚ ਸੀ ਉਦੋਂ ਕੋਈ ਨਹੀਂ ਸੀ ਜਾਣਦਾ ਕਿ ਮੈਂ ਬ੍ਰਾਹਮਣ ਹਾਂ, ਖੱਤਰੀ ਹਾਂ, ਕਿ ਲੋਕਾਂ ਨੇ ਮੈਨੂੰ ਸ਼ੂਦਰ ਜਾਂ ਵੈਸ ਕਹਿਣਾ ਹੈ। ਗਰਭ ਜਾਤ ਮੈਂ ਕੁਲ ਨਹੀਂ ਜਾਤੀ, ਗਰਭਵਾਸ ਮੈਂ ਕੁਲ ਨਹੀਂ ਜਾਤੀ। ਬਾਬਾ ਕਬੀਰ ਜੀ ਕਹਿੰਦੇ ਨੇ ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਿ ਮਾਤਾ ਦੇ ਗਰਭ ਵਿੱਚ ਕਿਸੇ ਨੇ ਆਪਣੀ ਜਾਤ ਨੂੰ ਨਹੀਂ ਜਾਣਿਆ। ਹਾਂ, ਬਾਬਾ ਕਬੀਰ ਜੀ ਕਹਿੰਦੇ ਨੇ ਜੇ ਕੋਈ ਜਾਤ ਹੈ ਤਾਂ ਕੇਵਲ ਇੱਕ ਬ੍ਰਹਮ ਦੇ ਔਲਾਦ ਦਾ ਪਸਰ ਹੈ, ਜਿਹਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨੋ। ਕਿ ਜੇ ਕੋਈ ਜਾਤ ਬੰਦੇ ਦੇ ਹੈ ਤਾਂ ਕੇਵਲ ਮਾਨਸ ਹੈ, ਮਨੁੱਖ ਹੈ, ਮਨੁੱਖਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਗੁਰੂ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਜਿਹੜੇ ਸਰੀਰ ਉਪਜਦੇ ਨੇ ਉਹਨਾਂ ਦੇ ਲੋਕਾਂ ਨੇ ਰੱਖੀ, ਪਰ ਇਹ ਵੀ ਸਦੀਵੀ ਨਹੀਂ, ਸੱਚੀ ਨਹੀਂ, ਇਹ ਵੀ ਝੂਠੀ ਹੈ। ਬਿਨ ਸਜਾਤ ਇਹ ਜਰ ਜਰ ਹੋਏ, ਆਗੇ ਜਾਤ ਜਾਤ ਨਹਿ ਕੋਏ। ਸਰੀਰ ਜਿਹੜਾ ਬਿਨ ਸਜਾਣਾ, ਅੱਜ ਨਹੀਂ ਤੇ ਕੱਲ, ਜਵਾਨੀ ਵਿੱਚ ਨਹੀਂ ਤੇ ਜਰਜਰਾ ਹੋ ਕੇ, ਬੁੱਢਾ ਹੋ ਕੇ ਨਹੀਂ ਤੇ ਨਾਸ ਹੋਣਾ ਹੀ ਹੈ। ਅਗਲੇ ਦੁਨੀਆ ਦੇ ਵਿੱਚ ਜਾਤ ਨਹੀਂ ਨਾਲ ਜਾਣੀ, ਉੱਥੇ ਜਾਤ ਦੀ ਗੱਲ ਕਿਸੇ ਨੇ ਪੁੱਛਣੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉੱਥੇ ਪਾਵਨ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੀ ਸੁਣਾਏ ਸਮਝਾਉਣ ਵਾਸਤੇ। ਔਰ ਧੰਨ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵੀ ਉਚਾਰਨ ਕੀਤੀ। ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਸੁਣਾਇਆ, ਕਹਿੰਦੇ ਭਾਈ ਸ੍ਰੀ ਮੁਖ ਵਾਕ ਮਹਲਾ ਪਹਿਲਾ, ਅੱਗੇ ਜਾਤ ਨ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੇ ਲੇਖੈ ਪਤ ਪਵੈ, ਚੰਗੇ ਸੇ ਕੇ। ਸਤਿਗੁਰੂ ਜੀ ਕਹਿੰਦੇ ਨੇ ਭਾਈ, ਗੁਰੂ ਸਾਹਿਬ ਜੀ ਕਹਿ ਕੇ ਗਏ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਕਿ ਅੱਗੇ ਜਾਤ ਜਾਂ ਤਾਕਤ ਨੇ ਕੰਮ ਨਹੀਂ ਕਰਨਾ, ਉਹਦਾ ਕੋਈ ਮੁੱਲ ਨਹੀਂ ਪੈਣਾ। ਇੱਥੇ ਜਾਤ ਕਰਕੇ ਭਾਵੇਂ ਤੂੰ ਜਿੱਡਾ ਮਰਜ਼ੀ ਵੱਡਾ ਬਣਾ ਕਰ, ਜਿਹੜਾ ਅੱਗੇ ਜ਼ੋਰ ਹੈ, ਇੱਥੇ ਤਾਕਤ ਭਾਵੇਂ ਤੇਰੀਆਂ ਬਾਹਾਂ ਦਾ ਹੋਵੇ, ਤਾਕਤ ਭਾਵੇਂ ਪੈਸੇ ਦੀ ਹੋਵੇ, ਉਹ ਤਾਕਤ ਭਾਵੇਂ ਬੰਦਿਆਂ ਦੀ ਹੋਵੇ, ਅੱਗੇ ਜਾ ਕੇ ਥੋੜ੍ਹੀ ਕੰਮ ਹੋਣੀ ਹੈ। ਬਸ ਉੱਥੇ ਤੇ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ ਕਿ ਜਿਨ ਕੇ ਲੇਖੈ ਪਤ ਪਵੇ, ਜੇ ਇੱਜ਼ਤ ਬਚਾ ਕੇ ਸੰਸਾਰ ਤੋਂ ਚਲਿਆ ਜਾਏਗਾ, ਉਹ ਗੱਲ ਪੈਣੀ ਹੈ ਚੰਗੇ ਸਹੀ, ਕਿ ਅਸਲ ਵਿੱਚ ਸਭ ਤੋਂ ਚੰਗੇ ਤੇ ਸਭ ਤੋਂ ਉੱਤਮ ਜਾਤ ਦੇ ਉਹੀ ਨੇ। ਔਰ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਪਾਵਨ ਬਚਨ ਕਹੇ, ਗੁਰਬਾਣੀ ਦੇ ਵਿੱਚ ਦਰਜ ਨੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਇਸ ਜਾਤ ਕਾ ਗਰਭ ਨਾ ਕਰੇ ਹੋ ਭਾਈ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਾਤ ਦਾ ਗਰਭ ਨਾ ਕਰਿਓ, ਇਸ ਜਾਤ ਕਾ ਗਰਭ ਨਾ ਕਰੇ ਹੋ ਕੋਈ। ਔਰ ਨਾਲ ਕਹਿੰਦੇ ਨੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਅਗਲਾ ਹੀ ਪਾਵਨ ਬਚਨ ਕੀਤਾ, ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਇਹ ਮੂਰਖਾ ਗਵਾਰ ਜਾਤ ਦਾ ਹੰਕਾਰ ਕਦੇ ਨਾ ਕਰੀ, ਕਿਉਂਕਿ ਅੱਗੇ ਜਾਤ ਕੋਈ ਜਾਣੀ ਨਹੀਂ, ਜਾਤ ਕੋਈ ਹੈ ਨਹੀਂ। ਤੇ ਜਾਤ ਦਾ ਗਰਭ ਕਿਉਂ ਨਹੀਂ ਕਰਨਾ ਜੀ? ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਹੈ ਤੇ ਵਧੇ ਬਹੁਤ ਬਿਕਾਰਾ। ਇਹ ਸਾਰਾ ਝਗੜਾ ਜਾਤ ਪਾਤ ਦੇ ਪਾ ਕੇ ਸਾਨੂੰ ਰਾਜਨੀਤਿਕ ਕੁਝ ਕੁ ਲੋਕ ਬੇਵਕੂਫ ਬਣਾ ਕੇ ਵੋਟਾਂ ਲਈ ਜਾਂਦੇ ਨੇ, ਔਰ ਉਹਨਾਂ ਜਾਤਾਂ ਪਾਤਾਂ ਦੇ ਵਿੱਚ ਅਸੀਂ ਵੰਡੇ ਗਏ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਇਸ ਜਾਤ ਇਸ ਪਾਤ ਦੇ ਵਿੱਚੋਂ ਝਗੜੇ ਨਿਕਲਦੇ ਨੇ ਔਰ ਬੜੇ ਵੱਧਦੇ ਨੇ।
हाँ, सतगुरु जी ने जात बन्नी है। धन गुरु ग्रंथ साहिब जी के पावन बचन ने सोदर की बाणी में आप पढ़ने हाँ कि जात गुरु साहिब जी ने दो ही मनिया ने। एक वो जिन्हों गुरु साहिब जी कहते ने खसम विसारै ते कमजात, जिन्हें रब नूं भुला दिता मनुखा जन्म लैके वो सब तो पैड़ी जात है। और नाल ही फिर बचन किया नानक नावै बाज सनात, सनात का अर्थ भी नीच है। वो पैड़ी जात वाले का जीवन सब तो नीवा और गिरिया होया जिन्हें रब नूं भुला दिता है। और हाँ, दूसरी तरह की जात वो जिन्हें रब नूं चेते रखिया है, उन्होंने गुरु साहिब जी कहते हैं हर जपत्या उत्तम पदवी पाए, वो सब तो उत्तम पदवी वाला है। और बाबा कबीर जी ने पावन वचन कहे थे कि लोग कहते हैं शूद्र है, कबीर नूं हक कोई नहीं, पर बाबा कबीर जी कहते जिन्हें नाम जपिया सब तो उच्ची जाति होती है। और पावन वचन सब चेते ने। बाबा कबीर जी कहते हैं कबीर इस जात को सबको हसना हार, सारे हसते ने शूद्र है, पर बाबा कबीर जी कहते हैं बलिहारी यह जात को जह जप्यो सिरजनहार। उस जात तो बलिहारे जाइए जिन्हें रब नूं जप्या, उस जात सब तो उच्ची कोई है जिन्हें जप्या है। गुरमत ने गुरु की बाणी ने जात बस दो ही मनिया ने, एक सब तो नीवी तो एक सब तो उत्तम। जिहड़ा भुल गया रब नूं उन्होंने कमजात कहा, जिन्हें चेते रख लिया सिमर लिया वो सब तो उत्तम है। गुरु साहब जी कहते हैं इत्थे जात पात कोई नहीं पई, जात का हंकार ना करियो कि मैं भी भला तो तुसीं भी भले। इम सिर नानक बाप उचारा, आगे जोत ना जोर सिधारा। कवि संतोख सिंह जी लिखते हैं कि इस तरह गुरु साहिब जी ने धन गुरु नानक साहिब का बचन उच्चारण करके सुनाया, अपने पावन वचन सुनाए। और गुरु साहिब जी ने समझाया कि अगे परलोक विच रब के घर विच जात ते जोर ये ताकत जिहड़ी उत्थे नहीं चलनी। उपजै तन इत ही बिन संते, आगे संग न किसे चलनते। ये जातां लोगों ने शरीरां नाल जोड़ियां ने, पर गुरु साहिब जी कहते शरीर इत्थे जमदे ने, इत्थे मर जाते हैं, इत्थे रह जाते हैं। शरीर किहड़ा नाल जाना है? ना शरीर जाना है, ना जात कोई नाल जानी है। सिमरियो जिन सतनाम सदेवा, सिखण सेव करी मन नीवा। हाँ, सतगुरु जी कहते हैं भाई जिन्हों ने सतनाम का सिमरन किया है, जिन्हों ने मन नीवा रखिया है, असल में वो सब तो उच्चे ने। वो सब तो उच्ची जात वही जिन्होंने जपिया है, जिन्होंने अपना मन नीवा रखे है। तिनके पथ लेखे पर जाए, जात कुजात ना परखै काए। बस गुरु साहिब जी कहते उन्होंने पथ लेखे विच पै जाती, बच जाती है इज्जत। जिन्हों ने जपिया है उत्थे जात कुजात कोई नहीं विचारी जानी। मल्लण आन परयो गुर शरणी, कर बंधन पद बिनती करन बरणी। गुरु साहिब जी ने ना दोहां सिखां नूं इस जात पातों तो उत्ते उठन का उपदेश दिता। इन्हें च एक सिख आया जिंदा नाम भाई मल्लण है। सतगुरु की शरण में आके नमस्कार की, हथ जोड़े और हाथ जोड़ के बेनती करता है, मोको खुश दीजे उपदेश, जिते जिसते मिटे कलेश अशेष। ये भाई मल्लण कहता सतगुरु जी जिवें तुसीं कृपा की जात पात तो मुक्त किया है, इस तरह का कोई उपदेश मैनूं भी दिओ कि जिंदे नाल मेरे अंदर के सारे कलेश मिट जाए। देखो बाहर के कलेश बड़े वेखण नूं मिलते हैं, पर अंदर के कलेश कदे खत्म होंदे ही नहीं। सतगुरु जी अंदर के सारे कलेश मिट जाए कि बाहरले कलेश पैण ही ना। पूरे कलेश पैंदे इस करके ने, जां तो बंदा गुस्से में आउंदा कलेश तां पैंदा, जां मोह च फसदा कलेश तां पैंदा है। सतगुरु कहो त्याग अहंकारा,
ਸੰਤਨ ਸੇਵ ਹੋਏ ਸੁਖਾਰਾ। ਸਤਿਗੁਰ ਜੀ ਕਹਿੰਦੇ ਨੇ ਜੇ ਭਾਈ ਸੱਚਮੁੱਚ ਅੰਦਰ ਦੇ ਕਲੇਸ਼ ਮਿਟਾਉਣਾ ਚਾਹੁੰਦਾ ਹੈ ਤੇ ਅੰਦਰ ਦਾ ਹੰਕਾਰ ਛੱਡ ਦੇ। ਕਲੇਸ਼ ਜਿਹੜਾ ਹੈ ਉਹ ਹੁੰਦਾ ਹੀ ਹੰਕਾਰ ਕਰਕੇ, ਹੰਕਾਰ ਕਰਕੇ ਗੁੱਸਾ ਵੱਧਦਾ ਹੈ। ਭਾਈ ਹੰਕਾਰ ਨੂੰ ਛੱਡ ਦੇ, ਜਪਣ ਵਾਲਿਆਂ ਦੀ ਸੇਵਾ ਕਰ ਲੈ, ਅੰਦਰ ਨਿਰਮਲ ਕਰ ਲੈ, ਕਲੇਸ਼ ਖਤਮ ਹੋ ਜਾਣਗੇ। ਸ਼ਰਧਾ ਧਾਰ ਆਹਾਰ ਕਰਵਾਵੋ, ਚਰਨ ਪਖਾਰੋ ਰੁਚ ਤ੍ਰਿਪਤਾਵੋ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹੰਕਾਰ ਨੂੰ ਦੂਰ ਕਰਨ ਦਾ ਵੀ ਤਰੀਕਾ ਹੈ ਕਿ ਜਪਣ ਵਾਲੇ ਗੁਰਮੁਖ ਜਨਾਂ ਨੂੰ ਸ਼ਰਧਾ ਰੱਖ ਕੇ ਉਹਨਾਂ ਨੂੰ ਭੋਜਨ ਛਕਾਓ, ਲੰਗਰ ਛਕਾਓ, ਉਹਨਾਂ ਦੇ ਚਰਨ ਧੁਆਓ, ਹੱਥ ਧੁਆਓ, ਔਰ ਨਿਮਰਤਾ ਵਿੱਚ ਆ ਕੇ ਪ੍ਰਸ਼ਾਦਾ ਪਾਣੀ ਜਥਾਯੋਗ ਜਿਤਨੀ ਸਮਰੱਥਾ ਹੋਵੇ ਉਹਨਾਂ ਛਕਾਇਆ ਕਰੋ। ਬਸਤਰ ਬਣਾਏ ਗੁਰਨਣ ਹਿਤ ਤੇ ਹੋ, ਸ਼ੁੱਧਤ ਨਗਨ ਤੇ ਆਸਿਕ ਲੇਹੋ। ਸਤਿਗੁਰ ਜੀ ਕਹਿੰਦੇ ਨੇ ਬਸਤਰ ਬਣਵਾਇਆ ਕਰੋ ਭਾਈ, ਗੁਰੂ ਦੇ ਨਾਂ 'ਤੇ ਬਸਤਰ ਬਣਵਾਇਆ ਕਰੋ, ਪਰ ਗੁਰੂ ਨੂੰ ਦੇਣ ਵਾਸਤੇ ਆਉਣ ਦੀ ਲੋੜ ਨਹੀਂ, ਕਿਉਂਕਿ ਸਤਿਗੁਰੂ ਜੀ ਤੇ ਕਿਰਪਾ ਵੀ ਇੰਨੀ ਕੀਤੀ ਸੀ। ਉਹ ਬਸਤਰ ਦੂਜੇ ਤੋਂ ਤੀਜਾ ਆਪਣੇ ਕੋਲ ਰੱਖਦੇ ਨਹੀਂ ਸਨ। ਬਸ ਇੱਕ ਉਹ ਜਿਹੜਾ ਗਲ ਪਾਇਆ ਹੈ ਤੇ ਇੱਕ ਜਿਹੜਾ ਧੋ ਕੇ ਸੁਕਾ ਲਿਆ ਹੈ। ਉਹ ਲੇਰੋ ਲੇਰ ਹੋਣਗੇ, ਪਾਟਣਗੇ ਤੇ ਗੁਰੂ ਸਾਹਿਬ ਨੇ ਦੂਸਰਾ ਸਵਾਉਣਾ ਹੀ ਫਿਰ ਹੈ। ਗੁਰੂ ਦੇ ਨਾਂ 'ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਬਸਤਰ ਸਵਾਇਆ ਕਰੋ, ਪਰ ਦੇਣੇ ਕਿਹਨੂੰ ਨੇ? ਸ਼ੁੱਧਤ ਨਗਨ ਤੇ ਆਸਿਖ ਲੇਹੋ, ਜਿਹਨੂੰ ਲੋੜ ਹੈ, ਜਿੰਦੇ ਤਨ ਤੇ ਕੱਪੜੇ ਪਾਟੇ ਨੇ, ਜਿਹੜਾ ਲੋੜਵੰਦ ਹੈ ਉਹਨੂੰ ਭਾਈ ਬਸਤਰ ਦਿਓ, ਭੋਜਨ ਛਕਾਓ। ਤੇ ਉਹਨਾਂ ਨੂੰ ਭੋਜਨ ਛਕਾ ਕੇ ਇਹ ਮਤਾ ਸਮਝਿਓ ਕਿ ਕਿਸੇ ਭੁੱਖੇ ਨੂੰ, ਗਰੀਬ ਨੂੰ ਛਕਾਇਆ ਜਾਂ ਕਿਸੇ ਗਰੀਬ ਨੂੰ ਕੱਪੜੇ ਦਿੱਤੇ, ਕਿਉਂਕਿ ਇਹ ਗੱਲ ਤਾਂ ਸਾਡੇ ਅੰਦਰ ਸਭ ਤੋਂ ਪਹਿਲਾਂ ਹੁੰਦੀ। ਪਹਿਲੀ ਗੱਲ ਤਾਂ ਦਿੱਤਾ ਨਹੀਂ ਜਾਂਦਾ, ਤੇ ਜੇ ਦੇ ਦਈਏ ਫਿਰ ਗੱਲ ਵਿੱਚ ਆਉਂਦੀ ਕਿ ਕਿਸੇ ਗਰੀਬ ਦਾ ਭਲਾ ਕੀਤਾ, ਚਲੋ ਕਿਸੇ ਗਰੀਬ ਨੂੰ ਦਿੱਤਾ ਹੈ। ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਨੇ ਗਰੀਬ ਨੂੰ ਦੇਣਾ ਜ਼ਰੂਰ ਹੈ, ਪਰ ਇਹ ਨਹੀਂ ਕਿ ਗਰੀਬ ਨੂੰ ਦਿੱਤਾ ਬਸ ਇਹ ਸਮਝਣਾ ਗੁਰੂ ਨੂੰ ਦਿੱਤਾ ਹੈ। ਸਤਨਾਮ ਸਿਮਰੋ ਤਜ ਕਾਨ, ਹੋਏ ਅੰਤ ਕੋ ਤੁਮ ਕਲਿਆਣ। ਭਾਈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਬਾਕੀ ਦੇ ਸਾਰੇ ਪਾਸੋਂ ਧਿਆਨ ਛੱਡ ਕੇ, ਕੰਮ ਨਹੀਂ ਛੱਡਣਾ, ਧਿਆਨ ਛੱਡਣਾ ਹੈ। ਸਤਨਾਮ ਸਿਮਰੋ ਤਜ ਕਾਨ, ਹੋਰ ਪਾਸੋਂ ਧਿਆਨ ਹਟਾ ਕੇ ਕੇਵਲ ਸਤਨਾਮ ਵਾਹਿਗੁਰੂ ਦੇ ਚਰਨਾਂ ਵਿੱਚ ਜੋੜਨਾ ਹੈ। ਕਹਿੰਦੇ ਹੋਏ ਅੰਤ ਕੋ ਤੁਮ ਕਲਿਆਣ, ਅੰਤ ਨੂੰ ਤੇਰਾ ਕਲਿਆਣ ਹੋਏਗਾ ਭਾਈ, ਸੁੱਖ ਮਿਲੇਗਾ, ਜਨਮ ਮਰਨ ਕੱਟਿਆ ਜਾਏਗਾ। ਸੁਣ ਗੁਰ ਬਚ ਤੇ ਕਰਨ ਸੋ ਲਾਗਿਓ, ਸੰਤਨ ਸੇਵ ਬਿਖੈ ਅਨੁਰਾਗਿਓ। ਹੁਣ ਗੁਰੂ ਕਾ ਸਿੱਖ ਭਾਈ ਮੰਨਣ, ਗੁਰੂ ਸਾਹਿਬ ਦੇ ਬਚਨ ਸੁਣੇ, ਪਰ ਸਾਡੇ ਤਰ੍ਹਾਂ ਨਹੀਂ ਨਾ, ਸਾਨੂੰ ਤਾਂ 50 ਸਾਲ ਹੋ ਗਏ ਸੁਣਦੇ ਆ, 50 ਸਾਲ ਹੋ ਗਏ ਸੁਣਾਉਂਦੇ ਆ। ਨਾ ਸੁਣਨ ਵਾਲੇ ਦੇ ਜੀਵਨ ਵਿੱਚ ਫਰਕ ਪਿਆ, ਨਾ ਸੁਣਾਉਣ ਵਾਲੇ ਦੇ ਪਿਆ। ਗੁਰੂ ਦੇ ਬਚਨ ਸੁਣੇ ਫਿਰ ਮੰਨੇ ਵੀ। ਸੁਣ ਕਰ ਬਚ ਤੇ ਕਰਨ ਸੋ ਲਾਗਿਓ, ਉਸੇ ਤਰ੍ਹਾਂ ਕਰਨ ਲੱਗਿਆ। ਹੰਕਾਰ ਛੱਡ ਕੇ ਨਿਮਰਤਾ ਅੰਦਰ ਜਿੰਨੇ ਵੱਧ ਤੋਂ ਵੱਧ ਲਿਆ ਸਕਦਾ ਸੀ ਲਿਆਂਦੀ। ਦਸਾਂ ਲੋਹਾਂ ਦੀ ਕਿਰਤ ਕਮਾਈ ਕਰਕੇ ਲੋੜਵੰਦ ਨੂੰ ਵੰਡ ਕੇ ਫਿਰ ਛਕਦਾ ਸੀ। ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਸੀ। ਹੌਲੀ ਹੌਲੀ ਸੰਤਨ ਸੇਵ ਬਿਖੈ ਅਨੁਰਾਗਿਓ, ਸੇਵਾ ਕਰਦਾ ਕਰਦਿਆਂ, ਸੰਤ ਜਨਾਂ ਦੀ ਸੇਵਾ ਕਰਦਿਆਂ, ਸੰਗਤ ਕਰਦਿਆਂ ਪਿਆਰ ਪੈ ਗਿਆ। ਉਗਰ ਸੈਨ ਯਾਰ ਰਾਮੂ ਦੀਪਾ, ਆਏ ਨਗੋਰੇ ਗੁਰੂ ਸੰਭੀਪਾ। ਇਸੇ ਤਰ੍ਹਾਂ ਸਤਿਗੁਰੂ ਜੀ ਪਿੰਡ ਡੱਲੇ ਦੇ ਵਿੱਚ ਨੇ। 4 ਸਿੱਖਾਂ ਦੇ ਨਾਂ ਹੋਰ ਕਵੀ ਰਾਜ ਨੇ ਇੱਥੇ ਲਿਖੇ, 4 ਸਿੱਖ ਹੋਰ ਆਏ। ਉਹਨਾਂ 'ਚ ਇੱਕ ਉਗਰ ਸੈਨ ਹੈ, ਇੱਕ ਰਾਮੂ ਹੈ, ਇੱਕ ਦੀਪਾ ਹੈ। ਆਏ ਨਗੋਰੀ ਗੁਰੂ ਸੰਭੀਪਾ, ਚੌਥਾ ਜਿਹੜਾ ਉਹਦਾ ਨਾਂ ਨਗੋਰੀ ਹੈ। ਇਹ ਚਾਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਨੇ। ਕਰ ਬੰਦਨ ਬੂਝਿਓ ਉਪਦੇਸ਼, ਗੁਰ ਪੈ ਬੋਲੇ ਕਰ ਕਿਰਪਾ ਵਿਸ਼ੇਸ਼। ਇਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੇ ਔਰ ਕਹਿੰਦੇ ਨੇ ਸਤਿਗੁਰੂ ਜੀ ਸਾਡੇ ਲਈ ਕੋਈ ਵਿਸ਼ੇਸ਼ ਉਪਦੇਸ਼ ਸਾਨੂੰ ਵੀ ਬਖਸ਼ੋ। ਧੰਨ ਗੁਰੂ ਅਮਰਦਾਸ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਉੱਥੇ ਪਾਵਨ ਬਚਨ ਕਹੇ
क्योंकि उपदेश आके भावें मंगता एक सिख है, पर जिन्ने उत्थे बैठे सुन रहे ने वो उपदेश हुंदा सारिਆਂ ਲਈ है, भाई कोई भी इहनूं कमा लो। सिख जिस समय आए कर मिले, देहो त्यार कर भोजन भले। गुरु साहिब जी ने यही उपदेश उन्होंने दिता भी जदों तुहाडे घर तुहाडी कोठी विच कोई सिख आके तुहानूं मिले, उनकी बड़ी प्रकार सेवा करनी। भोजन का लंगर का समा है तो उन्होंने जरूर श्रद्धा भावना नाल लंगर छकाउणा, पाई छक के जाए। अमृत वेला करो इशनान, गुर को शब्द पठो कर ध्यान। अमृत वेले उठ के भाई इशनान करया करो। पूरे सतगुरु जी के पावन बचन धन गुरु रामदास जी कहते हैं, भाई गुरु के सिख ने उदम करना है, भलके उठना, इशनान करना है। फिर गुरु की संगत में आके गुरु के नाम विच वो नहाउणा भी है। सतगुरु जी का पावन बचन है कि गुर सतगुरु का जो सिख खाए सो भलके उठ हर नाम ते आवे। फिर कहते हैं उदम करे भलके प्रभाती इशनान करे अमृत सर नावे। देखो साडे लोग कई बार इत्थे बड़ा झगड़ा पा बैठते हैं भी इशनान नूं नहाउणा क्यों कह दिता। अर्थ तो इक्को ही है ना। गुरु साहिब जी ने दोवें शब्द वरते ने, पहलों इशनान कर संगत में आके नाम दे विच भी इशनान कर। हुण ये उपदेश गुरु साहिब धन गुरु अमरदास जी दे रहे हैं, भाई अमृत वेले उठ के इशनान कर। ये उदों हर एक सिख ने करना है। गुर को शब्द पढ़ो पठो कर ध्यान। फिर गुरु के शब्द नूं पढ़ना है और ध्यान दे नाल पढ़ना है, विचार करनी है। अर्थ विचार उच्चारण करिए, शब्द नूं पढ़ के अर्थ उच्चारण करके उन्होंने समझण का यतन करो। कितों सुने कर निर्णय धरिए, विचार करने का यतन कर। अर्थ नहीं समझ में आउंदे कितों सुन लो भाई। शब्द के विचार जरूरी है। कहते कितों सुनो कर निर्णय धरिए। कितों सुन के फिर ये नहीं कि जो कुछ किसी ने सुना दिता बस वो ठीक ही है। फिर उनका निर्णय करना है कि मैं विचार किहड़े ढंग नाल कीती सी, जिंदे तो सुनी उन्हें किहड़े ढंग नाल सुनाई है और इनका तत्त भाव की है। उनका निर्णय करके उन्होंने अंदर टिकाउणा है। तो जे विचार ही नहीं कीती, फिर गुरु साहब ने पावन बचन बाणी दे विच भी कहे ने कि फिर गुरुद्वारे आउणा, मत्था टेकना, आउणा जाना बस गेड़ा ते है। तो इवें दे गेड़े भावें जिन्ने मर्जी मारी चलो। और सतगुरु का पावन बचन है कि सतगुरु नूं सब को वेखदा, जेता जगत संसार। डिठै मुक्त न होवे, जिचर शब्द न करे विचार। भाई शब्द के विचार तो करनी पेगी जे तू चाहुंदा कि मेरा जन्म मरण कटिया जाए। जे भाई सिखा तू चाहुंदा कि इन्हां विकारां तो मुक्ति मिल जाए, फिर शब्द के विचार कर। समझ जिन्नी आवे उन्नी आप कर, नहीं तो फिर कितों सुनो, फिर उनका निर्णय करो। चतुर घटे सब काज विसारो, अर्थ सुनो कै आप उचारो। सतगुरु जी कहते हैं भाई चार को घड़ियां सारे काम छड्ड दिओ। ये नहीं गुरु साहब जी कहते कि काम छड्ड ही देने ने, पर चार घड़ियां तो छड्ड ही सकते हो। कहते चतुर घटे सब काज विसारो, तो की करना जी बाकी दे काम छड्ड दे। कहते अर्थ सुनो, गुरबाणी दे बेअर्थ सुनो, ध्यान नाल सुनो। कह आप उचारो, सुनो जा आप उन्होंने अर्थां नूं समझण दा यतन करो, आप उच्चारण करो। भी ज़्यादा नहीं तो घट्टो घट्ट चार को घड़ियां दिन विच इन्ना को समा ते कढो विचार करने वास्ते, सुनने वास्ते। संता मह नौका बहु भरिए, चतुरंगल जल वहर निहरियत। इत्थे गुरु साहब जी ने उदाहरण दी। कहते संता मह नौका बहु भरियत, नदी दे विच नौका किश्ती चलती है और कई बार ऐन पूरी भरी होंगी सवारी, मतलब पहलों पार करते सन
ਹੁਣ ਤੇ ਤਕਰੀਬਨ ਪੁਲ ਬਣ ਗਏ ਨੇ ਕਿ ਨਦੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਲੈ ਕੇ ਜਾਣਾ। ਉਹ ਜਿਹੜੀ ਨੌਕਾ ਹੈ, ਬੇੜੀ ਹੈ, ਪੂਰੀ ਭਰੀ ਹੁੰਦੀ ਸੀ। ਪਰ ਕਹਿੰਦੇ ਚਤਰੰਗਲ ਜਲ ਵਹਿਰ ਨਿਹਰੀਅਤ, ਪਰ ਉਹ ਜਿਹੜੀ ਨੌਕਾ ਹੈ, ਬੇੜੀ ਹੈ, 4 ਉਂਗਲਾਂ ਪਾਣੀ ਤੋਂ ਬਾਹਰ ਰਹਿੰਦੀ ਸੀ। ਤੇ ਜੇ 4 ਉਂਗਲਾਂ ਘੱਟੋ ਘੱਟ ਬਾਹਰ ਰਹੇ ਫਿਰ ਉਹ ਆਪ ਤੇ ਪਾਰ ਹੁੰਦੀ, ਉੱਤੇ ਬੈਠਣ ਵਾਲੇ ਨੂੰ ਪਾਰ ਕਰ ਲੈਂਦੀ ਹੈ। ਪਰ ਜੋ 4 ਉਂਗਲਾਂ ਵੀ ਉੱਤੇ ਨਾ ਰਹਿ ਸਕੇ, ਥੱਲੇ ਡੁੱਬ ਜਾਏ, ਫਿਰ ਤੇ ਆਪ ਤੇ ਡੁੱਬਣੇ ਵਿੱਚ ਬੈਠੇ ਸਾਰੇ ਨੂੰ ਡੁੱਬੇ। ਇੱਥੇ ਗੁਰੂ ਸਾਹਿਬ ਜੀ ਉਦਾਹਰਣ ਦਿੰਦੇ ਨੇ 4 ਉਂਗਲਾਂ ਦੀ ਤੇ 4 ਘੜੀਆਂ ਦੀ। ਨਾਲ ਕਹਿੰਦੇ ਨੇ ਭਰੇ ਭਾਰ ਸੋ ਉਤਰੈ ਪਾਰ, ਤਿਮ ਜਗ ਕਾਰਜ ਕੇ ਵਿਵਹਾਰ, ਕਿ 4 ਉਂਗਲਾਂ ਉੱਤੇ ਰਹਿੰਦੀ ਹੈ, ਭਾਰ ਦੇ ਨਾਲ ਭਰੀ ਹੁੰਦੀ ਹੈ, ਉਹ ਪਾਰ ਲੰਘ ਜਾਂਦੀ ਹੈ। ਬਸ ਇਸੇ ਤਰ੍ਹਾਂ ਸੰਸਾਰ ਦੇ ਕਾਰਜ ਨੇ ਵੀ 4 ਘੜੀਆਂ ਤੇ ਛੱਡ ਸਕਦੇ ਆ। ਤੇ ਜੇ ਛੱਡ ਕੇ 4 ਘੜੀਆਂ ਵਿਚਾਰਾਂਗੇ, ਜੀਵਨ ਵੀ ਇੱਕ ਨਦੀ ਦੇ ਵਿੱਚ ਹੀ ਹੈ, ਨਦੀ ਦੀ ਤਰ੍ਹਾਂ ਹੀ ਹੈ। ਇਸ ਨਦੀ ਦੇ ਵਿੱਚੋਂ ਪਾਰ ਹੋਣਾ ਔਰ ਸਮੁੰਦਰ ਦੇ ਵਿੱਚੋਂ ਪਾਰ ਹੋਣਾ ਹੈ, ਫਿਰ ਘੱਟੋ ਘੱਟ 4 ਘੜੀਆਂ ਤੇ ਸਮਾਂ ਕੱਢੋ। ਦੇਖੋ ਉਹ ਨੌਕਾ ਹੈ, ਜਿਹੜੀ ਨਾਵ ਹੈ, ਉਹਨੂੰ ਪਤਾ ਹੈ ਮਲਾਹ ਨੂੰ ਕਿ ਕਿੰਨੀਆਂ ਸਵਾਰੀਆਂ ਬੈਠ ਸਕਦੀਆਂ ਨੇ, ਕਿੰਨਾ ਭਾਰ ਚੱਲ ਸਕਦੀ ਹੈ। ਤੇ ਜੇ ਭਾਰ ਲੋੜ ਤੋਂ ਵੱਧ ਹੋ ਜੇ ਜਾਂ ਕਿਤੋਂ ਉਹਦੇ ਵਿੱਚ ਕਿਤੋਂ ਟੁੱਟ ਜੇ, ਕੋਈ ਮੋਰੀ ਪੈ ਜੇ, ਤੇ ਜਦੋਂ ਪਾਣੀ ਭਰਦਾ, ਪਾਣੀ ਭਰਨ ਕਰਕੇ ਨਹੀਂ ਡੁੱਬਦੀ ਇਸ ਕਰਕੇ ਕਿ ਉਹਦੇ 'ਚ ਭਾਰ ਜਿਹੜਾ ਲੋੜ ਤੋਂ ਵੱਧ ਪੈ ਜਾਂਦਾ। ਇਹ ਜਿਹੜਾ ਆਤਮਿਕ ਜੀਵਨ ਹੈ, ਇਹ ਸੰਸਾਰ ਦੇ ਜੀਵਨ ਵਿੱਚ ਚੱਲਦੇ ਕਈ ਵਾਰੀ ਵਿਕਾਰਾਂ ਦਾ ਭਾਰ ਇੰਨਾ ਪੈ ਜਾਂਦਾ ਕਿ ਬੰਦਾ ਉਹਦੇ ਵਿੱਚ ਡੁੱਬ ਜਾਂਦਾ, ਨਿਕਲਦਾ ਫਿਰ ਉਪਰਾਲਾ ਕਰਦਾ ਹੀ। ਰਹਿਣਾ ਇਹਨਾਂ ਦੇ ਵਿੱਚ ਹੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਵਿਕਾਰ ਹੀ ਨੇ, ਇਹ ਕਿਤੇ ਜਾਣੇ ਨਹੀਂ। ਪਰ ਇਹਨਾਂ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਉਸ ਨੌਕਾ ਦੀ ਤਰ੍ਹਾਂ 4 ਉਂਗਲ ਉੱਤੇ ਰੱਖਣਾ। ਤੋਂ ਦਾ ਤਰੀਕਾ ਇਹ ਹੈ ਭਈ 4 ਘੜੀਆਂ ਸਮਾਂ ਕਰੋ, ਗੁਰਬਾਣੀ ਦੇ ਵਿਚਾਰ ਕਰੋ, ਜਸੋ। ਸਭ ਕਾਰਜ ਨਿਸ ਦਿਨ ਕਰੋ ਧਰਮ ਕੇ ਕਿਰਤ, ਚਤੁਰ ਘਟੇ ਦੇਹੋ ਗੁਰ ਮਹਿ ਬਿਰਤ। ਸਤਿਗੁਰੂ ਜੀ ਕਹਿੰਦੇ ਨੇ ਸਾਰਾ ਦਿਨ ਭਾਈ ਕਿਰਤ ਕਰੋ, ਔਰ ਕਿਰਤ ਵੀ ਧਰਮ ਦੀ ਕਰਨੀ ਹੈ। ਨਿਸ ਦਿਨ ਕਰੋ ਧਰਮ ਕੇ ਕਿਰਤ, ਜੇ ਦਿਨੇ ਥੋੜਾ ਰਹਿੰਦਾ ਕੰਮ ਰਾਤ ਨੂੰ ਵੀ ਕਰ ਲਓ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਓਵਰ ਟਾਈਮ ਵੀ ਲਾ ਲਓ, ਕਿਉਂਕਿ ਗੁਰੂ ਸਾਹਿਬ ਜੀ ਨੇ ਮਿਹਨਤ ਕਰਨ ਨੂੰ ਥੋੜ੍ਹੀ ਮਨਾ ਕੀਤਾ ਹੈ। ਦਿਨ ਰਾਤ ਕਰੋ ਕਿਰਤ ਔਰ ਧਰਮ ਦੀ ਕਰੋ। ਪਰ ਨਾਲ ਫਿਰ ਕਹਿੰਦੇ ਨੇ ਚਤੁਰ ਘਟੇ ਤੇ ਉਹ ਗੁਰ ਮਹਿ ਬਿਰਤ, ਪਰ 4 ਘੜੀਆਂ ਪਾਈ ਜ਼ਰੂਰ ਗੁਰੂ ਦੇ ਸ਼ਬਦ ਵਿੱਚ ਬਿਰਤੀ ਨੂੰ ਜੋੜਿਆ ਕਰੋ, ਗੁਰੂ ਦੇ ਸ਼ਬਦ ਦੇ ਵਿਚਾਰ ਕਰਿਆ ਕਰੋ। ਸਭ ਕਾਰਜ ਜਿਤ ਹੋਏ ਕਲਿਆਣ, ਪ੍ਰਭੂ ਪ੍ਰਸਿੱਧ ਹੈ ਪ੍ਰੇਮ ਮਹਾਨ। ਸਤਿਗੁਰੂ ਜੀ ਕਹਿੰਦੇ ਨੇ ਸ਼ਬਦ ਦੇ ਵਿਚਾਰ ਹੀ ਹੈ ਭਾਈ, ਜਿਹਦੇ ਨਾਲ ਪ੍ਰੇਮ ਵਧੇਗਾ, ਅੰਦਰ ਪ੍ਰੇਮ ਪੈਦਾ ਹੋਏਗਾ, ਪਰਮਾਤਮਾ ਪਰਮੇਸ਼ਰ ਖੁਸ਼ ਹੋਏਗਾ, ਗੁਰੂ ਖੁਸ਼ ਹੋਏਗਾ। ਸਭ ਕਾਰਜ ਤੋਂ ਹੋਏ ਕਲਿਆਣ, ਤੇ ਸਾਰੇ ਕਾਰਜਾਂ ਦੇ ਵਿੱਚ ਭਾਈ ਤੁਹਾਡਾ ਕਲਿਆਣ ਹੋਏਗਾ। ਸਗਰੇ ਕਾਰਜ ਗੁਰੂ ਸਵਾਰੈ, ਹਲਤ ਪਲਤ ਮਹਿ ਕਬਹੁ ਨ ਹਾਰੈ। ਤੇ ਭਾਈ ਜਿਹੜਾ 4 ਘੜੀਆਂ ਕੱਢ ਕੇ ਗੁਰੂ ਦੇ ਸ਼ਬਦ ਦੇ ਵਿਚਾਰ ਕਰੇਗਾ ਜਾਂ ਸੁਣੇਗਾ, ਗੁਰੂ ਦੇ ਕਾਰਜ ਆਪੇ ਸਾਰੇ ਸਵਾਰੇਗਾ। ਸਗਰੇ ਕਾਰਜ ਗੁਰੂ ਸਵਾਰੈ, ਤੇ ਨਾਲ ਹੀ ਕਹਿੰਦੇ ਨੇ ਕੇਵਲ ਇੱਥੇ ਸੰਸਾਰ ਦੇ ਕਾਰਜ ਨਹੀਂ। ਭਾਈ ਸਿੱਖਾ ਤੂੰ ਸੰਸਾਰ ਦੇ ਕਾਰਜ 4 ਘੜੀਆਂ ਛੱਡੇਗਾ ਤੇ ਗੁਰੂ ਸਾਹਿਬ ਜੀ ਸੰਸਾਰ ਦੇ ਕਾਰਜ ਤੇ ਸਵਾਰੇਗਾ ਹੀ। ਹਲਤ ਪਲਤ ਮੈਂ ਕਬੂ ਨਾ ਹਾਰੈ, ਨਾ ਇਸ ਮਾਤ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਤੇਰੀ ਹਾਰ ਕਦੇ ਨਹੀਂ ਹੋਵੇਗੀ। ਤੇਰਾ ਗੁਰੂ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਬਣਾਏਗਾ। ਗੁਰੂ ਸ਼ਬਦ ਕੋ ਕਰੋ ਵਿਚਾਰ, ਇੱਕ ਚਿਤ ਹੋਏ ਕਰ ਨਾਮ ਉਚਾਰ। ਹੁਣ ਦੇਖੋ ਗੁਰੂ ਸ਼ਬਦ ਦੇ ਵਿਚਾਰ ਗੁਰੂ ਸਾਹਿਬ ਜੀ ਨੇ ਇਹ 3-4 ਪੰਕਤੀਆਂ ਵਿੱਚ 3-4 ਵਾਰੀ ਦੁਹਰਾ ਦਿੱਤਾ। ਭਈ ਗੁਰੂ ਦੇ ਸ਼ਬਦ ਦੇ ਵਿਚਾਰ ਕਰੋ, ਗੁਰ ਸ਼ਬਦ ਕੋ ਕਰੋ ਵਿਚਾਰ।
ਇੱਕ ਚਿੱਤ ਹੋਏ ਕਰ ਨਾਮ ਉਚਾਰ, ਸ਼ਬਦ ਦੇ ਵਿਚਾਰ ਕਰਕੇ ਫਿਰ ਇੱਕ ਚਿੱਤ ਹੋ ਕੇ ਉਹਨੂੰ ਆਪਣੇ ਮਨ ਦੇ ਵਿੱਚ ਬਿਠਾ, ਅੰਦਰ ਬਿਠਾ, ਗੁਰੂ ਦੇ ਨਾਮ ਨੂੰ ਚਿੱਤੇ ਕਰ। ਸੁਣ ਉਪਦੇਸ਼ ਹਿਰਦੈ ਸੁਭ ਧਾਰਾ, ਗੁਰਸਿੱਖ ਹੋਏ ਕਰ ਜਨਮ ਸੁਧਾਰਾ। ਭਾਈ ਮੱਲਨ ਨੇ ਗੁਰੂ ਸਾਹਿਬ ਦੇ ਬਚਨ ਬੜੇ ਇਕਾਗਰਤਾ ਦੇ ਨਾਲ ਸੁਣੇ ਜੀ, ਔਰ ਕੇਵਲ ਗੁਰੂ ਸਾਹਿਬ ਦਾ ਉਪਦੇਸ਼ ਸੁਣੇ ਨਹੀਂ, ਸੁਣ ਉਪਦੇਸ਼ ਹਿਰਦੈ ਸ਼ੁਭ ਧਾਰਾ, ਉਹਨੂੰ ਅੰਦਰ ਧਾਰਨ ਵੀ ਕੀਤਾ। ਉਸੇ ਤਰ੍ਹਾਂ ਗੁਰੂ ਦੇ ਸ਼ਬਦ ਦੇ ਵਿਚਾਰ ਕੀਤੇ, ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ। ਗੁਰਸਿੱਖ ਹੋਏ ਕਰ ਜਨਮ ਸੁਧਾਰਾ, ਗੁਰੂ ਦਾ ਸਿੱਖ ਬਣ ਕੇ ਭਾਈ ਮੱਲਨ ਨੇ ਵੀ ਆਪਣਾ ਜਨਮ ਸੁਧਾਰ ਲਿਆ। ਗੋਪੀ ਦੂਸਰ ਰਾਮੂ ਮਹਿਤਾ, ਮੋਹਨ ਮਲ ਅਮਰੂ ਕੇ ਸਹਿਤਾ। ਤਕਰੀਬਨ ਇਹ 72 ਨਾਮ ਨੇ ਜਿਹੜੇ ਕਵੀ ਸੰਤੋਖ ਸਿੰਘ ਨੇ ਇੱਥੇ ਦਰਜ ਕੀਤੇ ਨੇ ਪਿੰਡ ਡੱਲੇ ਦੇ ਵਿੱਚ। ਉਹਨਾਂ ਦੇ ਵਿੱਚੋਂ ਕਹਿੰਦੇ 2 ਸਿੱਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੋਰ ਆਏ ਨੇ, ਗੋਪੀ ਦੂਸਰ ਰਾਮੂ ਮਹਿਤਾ, ਤੇ ਇਹਨਾਂ ਦੋਵਾਂ ਦੇ ਨਾਲ ਮੋਹਨ ਮਲ ਅਮਰੂ ਕੇ ਸਹਿਤਾ 2 ਨਾਲ ਹੋਰ ਆਏ ਨੇ। ਗੋਪੀ ਰਾਮੂ ਮਹਿਤਾ, ਤੀਸਰਾ ਮੋਹਨ ਮਲ ਅਤੇ ਚੌਥਾ ਭਾਈ ਅਮਰੂ। ਚਾਰਾਂ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਚਾਰੋਂ ਆਏ ਲੱਗੇ ਗੁਰ ਚਰਣੀ, ਕਰ ਜੋਰਤ ਕਹਿ ਰਾਖੋ ਸ਼ਰਣੀ। ਹੁਣ ਇਹਨਾਂ ਨੇ ਵੀ ਚਾਰਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਕੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਆਪਣੀ ਸ਼ਰਨ ਵਿੱਚ ਰੱਖ ਲਓ। ਔਰ ਗੁਰੂ ਦੇ ਸ਼ਰਨ ਵਿੱਚ ਰਹਿਣਾ ਕੀ ਹੈ ਜੀ? ਔਰ ਖਿਮਾ ਕਰਨਾ, ਜਿੱਥੇ ਆਪਾਂ ਬੈਠੇ ਬਿਲਕੁਲ ਗੁਰੂ ਦੇ ਸ਼ਰਨ ਹੈ, ਪਰ ਗੁਰੂ ਦੇ ਸ਼ਰਨ ਦਾ ਮਤਲਬ ਸਿਰਫ ਇੱਕ 4 ਦੀਵਾਰੀ ਨਹੀਂ। ਗੁਰੂ ਦੇ ਸ਼ਰਨ ਦਾ ਮਤਲਬ ਸਿਰਫ ਇੰਨਾ ਨਹੀਂ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਉਦੋਂ ਤੱਕ ਹੀ ਸ਼ਰਨ ਹੈ। ਸ਼ਰਨ ਤੋਂ ਭਾਵ ਹੈ ਕਿ ਭਾਵੇਂ ਅਸੀਂ ਬਾਜ਼ਾਰ ਵਿੱਚ ਹੋਈਏ, ਭਾਵੇਂ ਦੁਨੀਆ ਦਾ ਰੌਣਕ ਮੇਲਾ ਜਿੰਨਾ ਮਰਜ਼ੀ ਲੱਗਿਆ ਹੋਵੇ, ਪਰ ਹਰ ਵੇਲੇ ਸਾਨੂੰ ਇਹ ਅਹਿਸਾਸ ਹੋਵੇ, ਮਹਿਸੂਸ ਹੋਵੇ ਕਿ ਗੁਰੂ ਸਾਡੇ ਨਾਲ ਹੈ, ਅਸੀਂ ਗੁਰੂ ਦੀ ਸ਼ਰਨ ਵਿੱਚ ਹਾਂ। ਤੇ ਜਦੋਂ ਇਹ ਅਹਿਸਾਸ ਹੋਵੇਗਾ ਫਿਰ ਇਹ ਹਕੀਕਤ ਹੈ ਭਾਈ। ਗਲਤ ਫੁਰਨਾ, ਕੰਮ ਤੇ ਕਰਨਾ ਦੂਰ ਦੀ ਗੱਲ, ਗਲਤ ਅੰਦਰ ਫੁਰਨਾ ਵੀ ਨਹੀਂ ਆਏਗਾ ਕਿ ਗੁਰੂ ਮੇਰੇ ਨਾਲ, ਮੈਂ ਗੁਰੂ ਦੀ ਸ਼ਰਨ ਵਿੱਚ ਹਾਂ। ਸਤਿਗੁਰੂ ਜੀ ਕਿਰਪਾ ਕਰੋ, ਆਪਣੀ ਸ਼ਰਨ ਵਿੱਚ ਰੱਖ ਲਓ। ਬਿਰਧ ਗਰੀਬ ਨਿਵਾਜ ਤੁਮਾਰਾ, ਉਪਦੇਸੋ ਜਿਮ ਹੋਏ ਉਧਾਰਾ। ਸਤਿਗੁਰੂ ਜੀ ਤੁਹਾਡਾ ਨਾਂ ਗਰੀਬ ਨਿਵਾਜ ਹੈ, ਤੇ ਗਰੀਬਾਂ ਨੂੰ ਨਿਵਾਜਣਾ ਇਹ ਤੁਹਾਡਾ ਸੁਭਾਅ ਹੈ, ਤੁਹਾਡਾ ਬਿਰਧ ਹੈ। ਕਿਰਪਾ ਕਰੋ, ਆਪਣੇ ਬਿਰਧ ਨੂੰ ਪਛਾਣਦੇ ਹੋਇਆ ਸਾਡਾ ਵੀ ਉਧਾਰ ਕਰੋ, ਸਾਨੂੰ ਹਮੇਸ਼ਾ ਲਈ ਆਪਣੀ ਸ਼ਰਨ ਵਿੱਚ ਰੱਖ ਲਓ। ਸ੍ਰੀ ਗੁਰ ਅਮਰਦਾਸ ਤਬ ਕਹਿਓ, ਹਉਮੈ ਕਰ ਬੰਧਨ ਕੋ ਲਹਿਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਪਾਵਨ ਬਚਨ ਕਹੇ ਕਿ ਹਉਮੈ ਕਾਰਨ ਤੁਸੀਂ ਬੰਧਨ ਪਵਾਏ ਹੋਏ ਨੇ। ਇਹ ਜਿੰਨੇ ਬੰਧਨ ਪਾਏ ਨੇ ਇਹਨਾਂ ਦਾ ਮੂਲ ਕਾਰਨ ਹੀ ਹਉਮੈ ਹੈ। ਅਣ ਹੋਵਤ ਹੀ ਇਹ ਬਣਾਏ, ਬੁਰੇ ਬਲਾਏ ਸਭਨ ਲਪਟਾਈ। ਇਹ ਹਉਮੈ ਕਹਿੰਦੇ ਬਸ ਐਵੇਂ ਖਾਮ ਖਾਈ, ਅਣ ਹੋਵਤ ਹੀ ਇਹ ਬਣਾਈ, ਇਹ ਖਾਮ ਖਾਈ ਬੰਧਨ ਪਾ ਦਿੰਦੀ ਹੈ। ਇਸ ਤਰ੍ਹਾਂ ਹੋ ਗਈ ਬੜੀ ਬੁਰੀ ਬਲਾਏ ਹਉਮੈ। ਪਰਮੇਸ਼ਰ ਕੋ ਦੇਤ ਭੁਲਾਏ, ਅਣ ਹੋਵਤ ਦੁਖ ਦੇ ਸੁਖ ਸਮੁਦਾਏ। ਇਹ ਹਉਮੈ ਇੰਨੇ ਬੁਰੇ ਬਲਾ ਕੇ ਰੱਬ ਨੂੰ ਭੁਲਾ ਦਿੰਦੀ ਹੈ। ਅਣ ਹੋਵਤ ਦੁੱਖ ਦੇ ਸਮੁਦਾਏ, ਬਿਨਾਂ ਮਤਲਬ ਤੋਂ ਨਾ ਹੋਣ ਵਾਲੇ ਦੁੱਖ ਵੀ ਇਹ ਹਉਮੈ ਦੁੱਖ ਦਿੰਦੀ ਹੈ। ਦੇਖੋ ਇਹ ਦੁੱਖ ਕਿਵੇਂ ਦਿੰਦੀ ਹੈ, ਇਹ ਕਈ ਵਾਰੀ ਉਦਾਹਰਣ ਵੀ ਦਿੱਤੀ ਹੈ। ਮੰਨ ਲਓ ਕਿਸੇ ਦੇ ਘਰ ਧੀ ਪੁੱਤਰ ਨਹੀਂ, ਉਹਨੂੰ ਕੋਈ ਦੁੱਖ ਨਹੀਂ, ਹਕੀਕਤ ਹੈ ਉਹਨੂੰ ਕੋਈ ਦੁੱਖ ਨਹੀਂ। ਦੁੱਖ ਕਦੋਂ ਹੁੰਦਾ ਹੈ? ਜਦੋਂ ਵੇਖਦਾ ਕਿ ਗਵਾਂਢੀ ਕੋਲ ਦੋ। ਇਹ ਹਉਮੈ ਹੈ, ਇਹ ਈਰਖਾ ਹੈ। ਜਦੋਂ ਉਹ ਆਉਣ ਵਾਲੇ ਸਮੇਂ 'ਚ ਸੋਚਦਾ ਕਿ ਸ਼ਾਇਦ ਜਦੋਂ ਬੁੱਢੇ ਹੋਵਾਂਗੇ ਸੰਭਾਲੇਗਾ ਕੌਣ,
ਇਹ ਅੰਦਰ ਦੀ ਹੋਮੈ ਤੇ ਇਹ ਅੰਦਰ ਦੀ ਮਮਤਾ ਕਿ ਜਿਹੜਾ ਸਮਾਂ ਅਜੇ ਆਇਆ ਹੀ ਨਹੀਂ, ਪਤਾ ਨਹੀਂ ਪਈ ਤੂੰ ਬੁੱਢੇ ਹੁਣ ਤੱਕ ਜਾਣਾ ਵੀ ਹੈ ਕਿ ਨਹੀਂ। ਉਹ ਸਮੇਂ ਨੂੰ ਜਿਹੜਾ ਹਜੇ ਆਇਆ ਹੀ ਨਹੀਂ ਸੋਚ ਸੋਚ ਕੇ ਦੁਖੀ ਹੋਈ ਜਾਣਾ ਵੀ ਜਦੋਂ ਆਏਗਾ ਉਦੋਂ ਵੇਖੀ ਜਾਏਗੀ। ਇਹ ਹਕੀਕਤ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਹੋਮੈ ਬੜੀ ਬੁਰੀ ਬਲਾ ਹੈ, ਖਾਮਖਾਈ ਦੁੱਖ ਦਿੰਦੀ ਹੈ ਬਿਨਾਂ ਮਤਲਬ ਤੋਂ। या ते इसको तीजै त्यागे प्रभ के संग गंढ तब लागे। इस करके सतगुरु जी कहते हैं भाई इस होमे नूं तो बिल्कुल त्याग दो, प्रभु दे नाल गंढ तां ही पैनी है। पूरे सतगुरु जी ने पावन बचन बाणी विच कहे ने, सब नूं चेते ने कि होमे नावे नाल विरोध है, दोए ना वसे कठाए। सतनाम वाहिगुरू भी करता रहे, गुरु घर भी आउंदा रहे, अपने आप को सिख भी कहे तो फिर छाती ते हथ मार मार के कहे कि मेरे वर्गा कौन है। ये दोवें गल्लां तो नहीं चलती, गुरु साहब तो कहते नहीं चलती। जे होमे है तो इनका मतलब अंदर नाम है ही नहीं, तो जे अंदर नाम आ गया फिर होमे रहने नहीं। ये तो इस तरह है जिवें म्यान एक है तो कृपान एक ही पैनी, ਜਾਂ होमे वाली पै जाएगी तो ਜਾਂ नाम वाली पै जाएगी। जे नाम आ गया तो होमे रहनी नहीं। इस तरह गुरु साहब जी सिखा होर उपदेश देंदे ने, अगे जिवें जिवें कृपा करनगे वो आपां कल विचारांगे समय के मुताबिक। इतनी बेनती प्रवान करनियां हुई भुलां दी खिमा। आओ एक 2 मिनट रसम के नाल हाजरी लवाइए, फिर समाप्ति। वाहेगुरु 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 वाहेगुरु। वाहेगुरु वाहेगुरु।